ओम शांति। अज 10/7/2023 ਦੀ ਬਾਣੀ ਹੈ। ਬਾਬਾ ਆਖਦੇ ਨੇ, ਮਿੱਠੇ ਬੱਚੇ ਬਾਪ ਦਾ ਰਾਈਟ ਹੈਂਡ ਬਨ, ਸਰਵਿਸ ਦਾ ਸ਼ੌਂਕ ਰੱਖ, ਸ਼੍ਰੀਮਤ ਤੇ ਪੂਰਾ ਪੂਰਾ ਅਟੈਂਸ਼ਨ ਦਿਵੋ। ਅਖਬਾਰਾਂ ਵਿੱਚ ਕੋਈ ਸਰਵਿਸ ਦੀ ਗੱਲ ਨਿਕਲੇ ਤਾਂ ਉਸ ਨੂੰ ਪੜ੍ਹ ਕੇ ਸਰਵਿਸ ਵਿੱਚ ਲੱਗ ਜਾਓ। ਅੱਜ ਬਾਬਾ ਨੇ ਆਪਣੇ ਬੱਚਿਆਂ ਨੂੰ ਪ੍ਰਸ਼ਨ ਪੁੱਛਿਆ, ਬਾਪ ਦਾ ਨਾਮ ਤੁਸੀਂ ਬੱਚੇ ਕਦੋਂ ਵਾਲਾ ਕਰ ਸਕੋਗੇ? ਅੱਜ ਬਾਬਾ ਦਾ ਉੱਤਰ ਹੈ, ਜਦੋਂ ਤੁਹਾਡੀ ਚਲਨ ਬੜੀ ਰੋਇਲ ਅਤੇ ਗੰਭੀਰ ਹੋਵੇਗੀ। ਤੁਹਾਡੀ ਸ਼ਕਤੀਆਂ ਦੀ ਚਾਲ ਇਵੇਂ ਚਾਹੀਦੀ ਹੈ ਜਿਵੇਂ ਡੈਲ ਮਾਨਾ ਮੋਰਨੀ। ਤੁਹਾਡੇ ਮੂੰਹ ਵਿੱਚੋਂ ਹਮੇਸ਼ਾ ਰਤਨ ਨਿਕਲਣੇ ਚਾਹੀਦੇ ਹੈ, ਪੱਥਰ ਨਹੀਂ। ਪੱਥਰ ਕੱਢਣ ਵਾਲੇ ਨਾਮ ਬਦਨਾਮ ਕਰਦੇ ਹੈ, ਫਿਰ ਉਹਨਾਂ ਦੀ ਪਦਵੀ ਵੀ ਭ੍ਰਸ਼ਟ ਹੋ ਜਾਂਦੀ ਹੈ। ਬਾਪ ਦਾ ਬਣ ਕੇ ਕੋਈ ਵੀ ਵਿਕਰਮ ਨਾ ਹੋਵੇ, ਇਸ ਗੱਲ ਦਾ ਪੂਰਾ ਪੂਰਾ ਧਿਆਨ ਰੱਖਣਾ ਹੈ। ਗੀਤ ਹੈ ਅੱਜ ਦਾ, ਛੋੜ ਦੇ ਆਕਾਸ਼ ਸਿਹਾਸਨ, ਅਬ ਧਰਤੀ ਪਰ ਆ ਜਾ ਰੇ। ਓਮ ਸ਼ਾਂਤੀ। ਬੱਚਿਆਂ ਨੇ ਗੀਤ ਸੁਣਿਆ, ਯਾਦ ਕਰਦੇ ਹੈ, ਹੇ ਪਰਮ ਪਿਤਾ ਪਰਮਾਤਮਾ, ਨਿਰਾਕਾਰ ਰੂਪ ਬਦਲ ਕੇ ਸਾਕਾਰ ਵਿੱਚ ਆ ਜਾਓ। ਉਹ ਕੀ ਰੂਪ ਬਦਲੇਗਾ? ਇਵੇਂ ਤਾਂ ਨਹੀਂ ਕਹਾਂਗੇ ਕਿ ਕੱਛ ਮੱਛ ਦਾ ਰੂਪ ਬਣ ਕੇ ਆਓ, ਨਹੀਂ। ਇਹ ਹੈ ਪਾਪ ਆਤਮਾਵਾਂ ਦੀ ਦੁਨੀਆ, ਪੁਕਾਰਦੇ ਹੈ ਪਾਵਨ ਬਣਾਉਣ ਦੇ ਲਈ। ਜੇਕਰ ਸਰਵਿਆਪੀ ਹੈ ਤਾਂ ਕਿਸ ਨੂੰ ਪੁਕਾਰਦੇ ਹੈ? ਹੁਣ ਇਹ ਗੀਤ ਦਾ ਰੇਡੀਓ ਵਿੱਚ ਵੀ ਜਾ ਕੇ ਵੱਜਦੇ ਹੈ, ਪਰ ਕੋਈ ਵੀ ਸਮਝਦੇ ਨਹੀਂ। ਹੁਣ ਤੁਸੀਂ ਬੱਚੀਆਂ ਅਖਬਾਰ ਆਦਿ ਤੇ ਪੜ੍ਹਦੀਆਂ ਨਹੀਂ ਹੈ, ਭਾਵੇਂ ਪੜ੍ਹੀਆਂ ਲਿਖੀਆਂ ਹੈ, ਪਰ ਅਖਬਾਰ ਪੜ੍ਹਨ ਦਾ ਸ਼ੌਂਕ ਨਹੀਂ। ਬਾਕੀ ਰਹੇ ਗੋਪ, ਉਹਨਾਂ ਵਿੱਚ ਕਿਸੇ ਕਿਸੇ ਨੂੰ ਸਰਵਿਸ ਦਾ ਸ਼ੌਂਕ ਰਹਿੰਦਾ ਹੈ ਕਿ ਕਿਸ ਤਰ੍ਹਾਂ ਕੋਈ ਅਖਬਾਰ ਤੋਂ ਕੋਈ ਸਰਵਿਸ ਦਾ ਰਾਸਤਾ ਕੱਢੀਏ। ਬ੍ਰਾਹਮਣ ਕੁਲਭੂਸ਼ਣ ਹੈ ਤਾਂ ਬਹੁਤ, ਪਰੰਤੂ ਉਹਨਾਂ ਵਿੱਚੋਂ ਵੀ ਕੋਟਾਂ ਵਿੱਚੋਂ ਕੋਈ ਨਿਕਲਦੇ ਹੈ ਜੋ ਅਖਬਾਰ ਵਿੱਚ ਦੇਖ ਫੌਰਨ ਸਰਵਿਸ ਕਰਨ ਲੱਗ ਪੈਂਦੇ ਹੈ। ਬਾਬਾ ਨੇ ਰਾਈਟ ਹੈਂਡ ਬਣਾਇਆ ਮਾਤਾਵਾਂ ਨੂੰ। ਗੋਪ ਮੁਸ਼ਕਿਲ ਖੜੇ ਹੁੰਦੇ ਹੈ, ਕੋਈ ਬਿਰਲਾ ਪੂਰੀ ਤਰ੍ਹਾਂ ਨਾਲ ਸ਼੍ਰੀਮਤ ਤੇ ਅਟੈਂਸ਼ਨ ਦਿੰਦੇ ਹੈ। ਇਹ ਇੱਕ ਪੁਆਇੰਟਸ ਹੈ ਭ੍ਰਸ਼ਟਾਚਾਰ ਅਤੇ ਸ਼੍ਰੇਸ਼ਟਾਚਾਰ ਦੀ। ਭ੍ਰਸ਼ਟਾਚਾਰੀ ਪੁਕਾਰਦੇ ਹੈ ਕਿ ਹੇ ਭਗਵਾਨ, ਆਓ ਆ ਕੇ ਸ਼੍ਰੇਸ਼ਟਾਚਾਰੀ ਬਣਾਓ। ਸਭ ਭ੍ਰਸ਼ਟਾਚਾਰੀ ਜ਼ਰੂਰ ਹੈ। ਕਿਹਾ ਜਾਂਦਾ ਹੈ ਜਿਵੇਂ ਰਾਜਾ ਰਾਣੀ ਉਵੇਂ ਪ੍ਰਜਾ। ਜਥਾ ਰਾਜਾ ਰਾਣੀ ਮਾਨਾ ਗਵਰਨਮੈਂਟ ਅਤੇ ਪ੍ਰਜਾ, ਮਤਲਬ ਪ੍ਰਜਾ ਦਾ। ਬੱਚਿਆਂ ਨੂੰ ਸਮਝਾਇਆ ਗਿਆ ਹੈ ਕਿ ਭਾਰਤ ਸਦਾ ਸ਼੍ਰੇਸ਼ਟਾਚਾਰੀ ਸੀ, ਸਵਰਗ ਸੀ। ਸਵਰਗ ਵਿੱਚ ਵੀ ਜੇਕਰ ਭ੍ਰਸ਼ਟਾਚਾਰੀ ਹੋਣ ਤਾਂ ਉਹਨਾਂ ਨੂੰ ਸਵਰਗ ਕਿਵੇਂ ਕਿਹਾ ਜਾਵੇ? ਸਵਰਗ ਦੀ ਸਥਾਪਨਾ ਜ਼ਰੂਰ ਬਾਪ ਹੀ ਕਰਦੇ ਹੋਣਗੇ, ਜਿਸ ਨੂੰ ਹੀ ਯਾਦ ਕਰਦੇ ਹੈ। ਭ੍ਰਸ਼ਟਾਚਾਰੀ ਹੀ ਬੁਲਾਉਂਦੇ ਹੈ, ਸ਼੍ਰੇਸ਼ਟਾਚਾਰੀ ਕਦੀ ਬੁਲਾਉਂਦੇ ਨਹੀਂ। ਭਾਰਤ ਬੜਾ ਸ਼੍ਰੇਸ਼ਟਾਚਾਰੀ ਸੀ, ਸਵਰਗ ਸੀ, ਹੁਣ ਤਾਂ ਨਰਕ ਹੈ। ਤਾਂ ਨਰਕ ਵਿੱਚ ਜ਼ਰੂਰ ਭ੍ਰਸ਼ਟਾਚਾਰੀ ਹੋਣਗੇ। ਸ਼੍ਰੇਸ਼ਟਾਚਾਰੀ ਦਾ ਸਬੂਤ ਦਿਖਾਓ। ਤੁਸੀਂ ਚਿੱਤਰ ਦਿਖਾ ਸਕਦੇ ਹੋ। ਬਰੋਬਰ ਸਤਜੁਗ ਵਿੱਚ ਜਿਵੇਂ ਰਾਜਾ ਰਾਣੀ ਉਵੇਂ ਪ੍ਰਜਾ। ਇਹ ਲక్ష్ਮੀ ਨਾਰਾਇਣ ਦੇਖੋ ਭ੍ਰਸ਼ਟਾਚਾਰੀ ਹੈ ਨਾ, ਇਹ ਲక్ష్ਮੀ ਨਾਰਾਇਣ ਦੇਖੋ ਸ਼੍ਰੇਸ਼ਟਾਚਾਰੀ ਹੈ ਨਾ। ਨਾਮ ਹੀ ਹੈ ਸਵਰਗ। ਦੁਆਪਰ ਵਿੱਚ ਅਜਿਹੇ ਸ਼੍ਰੇਸ਼ਟਾਚਾਰੀ ਰਾਜਾ ਰਾਣੀਆਂ ਦੇ ਮੰਦਿਰ ਬਣਾ ਕੇ ਪੂਜਾ ਕਰਦੇ ਹੈ ਤਾਂ ਜ਼ਰੂਰ ਖੁਦ ਭ੍ਰਸ਼ਟਾਚਾਰੀ ਹੈ। ਆਪਣੇ ਆਪ ਨੂੰ ਕਹਿੰਦੇ ਵੀ ਹੈ ਕਿ ਅਸੀਂ ਭ੍ਰਸ਼ਟਾਚਾਰੀ ਹਾਂ, ਕਾਮੀ ਕ੍ਰੋਧੀ ਪਾਪੀ ਹਾਂ। ਤੁਸੀਂ ਸਰਵਗੁਣ ਸੰਪੰਨ ਹੈ। ਭਾਰਤ ਵਿੱਚ ਭ੍ਰਸ਼ਟਾਚਾਰੀ ਸ਼੍ਰੇਸ਼ਟਾਚਾਰੀ ਦੀ ਮਹਿਮਾ ਕਰਦੇ ਹੈ। ਭ੍ਰਸ਼ਟਾਚਾਰੀ ਰਾਜਾਵਾਂ ਦੇ ਕੋਲ ਸ਼੍ਰੇਸ਼ਟਾਚਾਰੀ ਦੇਵਤਾਂ ਦੇ ਮੰਦਿਰ ਹੈ, ਮਹਿਮਾ ਗਾਉਂਦੇ ਰਹਿੰਦੇ ਹੈ, ਨਮਨ ਬੰਦਨ ਪੂਜਾ ਕਰਦੇ ਰਹਿੰਦੇ ਹੈ। ਬਾਬਾ ਨੇ ਸਮਝਾਇਆ ਹੈ, ਧਰਮ ਸਥਾਪਨ ਕਰਨ ਅਰਥ ਉੱਪਰ ਤੋਂ ਜੋ ਵੀ ਆਤਮਾਵਾਂ ਆਉਂਦੀਆਂ ਹੈ ਉਹ ਜ਼ਰੂਰ ਸਤੋ ਪ੍ਰਧਾਨ ਸ਼੍ਰੇਸ਼ਟਾਚਾਰੀ ਹੋਣਗੀਆਂ। ਭਾਵੇਂ ਮਾਇਆ ਦਾ ਰਾਜ ਹੈ, ਪਰ ਪਹਿਲੇ ਆਉਣ ਵਾਲੇ ਜ਼ਰੂਰ ਸਤੋ ਪ੍ਰਧਾਨ ਹੋਣਗੇ, ਤਾਂ ਹੀ ਉਹਨਾਂ ਦੀ ਮਹਿਮਾ ਹੁੰਦੀ ਹੈ। ਫਿਰ ਸਤੋ ਰਜੋ ਤਮੋ ਵਿੱਚ ਆਉਂਦੇ ਹੈ। ਦੇਵਤਾ ਵੀ ਸ਼੍ਰੇਸ਼ਟਾਚਾਰੀ ਸੀ। ਹਰੇਕ ਨੂੰ ਸਤੋ ਰਜੋ ਤਮੋ ਵਿੱਚ ਆਉਣਾ ਹੀ ਹੈ, ਭ੍ਰਸ਼ਟਾਚਾਰੀ ਬਣਨਾ ਹੀ ਹੈ। ਅਖਬਾਰਾਂ ਵਿੱਚ ਆਉਂਦਾ ਹੈ ਕਈ ਸੰਸਥਾਵਾਂ ਜੋ
ਭ੍ਰਸ਼ਟਾਚਾਰ ਨੂੰ ਬੰਦ ਕਰਨ ਦਾ ਪੁਰਸ਼ਾਰਥ ਕਰਦੀਆਂ ਹੈ, ਉਹ ਸ੍ਰੇਸ਼ਟਾਚਾਰੀ ਦੇਵਤਾਂ ਦੇ ਮੰਦਿਰ ਬਣਾਏ ਪੂਜਾ ਕਰਦੇ ਆਏ ਹੈ। ਤੁਸੀਂ ਹੀ ਪੂਜਯ ਸ੍ਰੇਸ਼ਟਾਚਾਰੀ ਸੀ, ਫਿਰ ਤੁਸੀਂ ਹੀ ਪੁਜਾਰੀ ਭ੍ਰਸ਼ਟਾਚਾਰੀ, ਫਿਰ ਪੂਜਯ ਦੇਵੀ ਦੇਵਤਾਵਾਂ ਦੀ ਪੂਜਾ ਕਰਦੇ ਹੈ। ਹੁਣ ਤੁਸੀਂ ਲਿਖ ਸਕਦੇ ਹੋ ਕਿ ਜਿਵੇਂ ਰਾਜਾ ਰਾਣੀ ਉਵੇਂ ਪ੍ਰਜਾ। ਸਤਯੁਗ ਵਿੱਚ ਸ੍ਰੇਸ਼ਟਾਚਾਰੀ ਸੀ, ਵਾਇਸਲੈਸ ਵਰਲਡ ਸੀ, ਬਾਅਦ ਵਿੱਚ ਫਿਰ ਕਲਾਵਾਂ ਘੱਟ ਹੁੰਦੀਆਂ ਹੈ। ਭਾਰਤ ਨੂੰ ਥੱਲੇ ਆਉਣਾ ਹੀ ਹੈ, ਇਹ ਖੇਡ ਹੀ ਭਾਰਤ ਤੇ ਹੈ। ਆਧਾ ਕਲਪ ਭਾਰਤ ਸ੍ਰੇਸ਼ਟਾਚਾਰੀ ਸੀ, ਸਦਾ ਇੱਕ ਰਸ ਵੀ ਨਹੀਂ ਰਹਿੰਦੇ। 16 ਕਲਾਂ ਤੋਂ 14 ਕਲਾਂ ਵਿੱਚ ਤਾਂ ਆਉਣਾ ਹੀ ਹੈ। ਹੌਲੀ ਹੌਲੀ ਕਲਾਵਾਂ ਘੱਟ ਹੁੰਦੀਆਂ ਜਾਂਦੀਆਂ ਹੈ, ਤਮੋ ਪ੍ਰਧਾਨ ਬਣ ਜਾਂਦੇ ਹੈ। ਬਾਪ ਕਹਿੰਦੇ ਹੈ, ਜਦੋਂ ਜਦੋਂ ਅਤੀ ਭ੍ਰਸ਼ਟਾਚਾਰ ਹੁੰਦਾ ਹੈ ਉਦੋਂ ਮੈਂ ਆਉਂਦਾ ਹਾਂ। ਪਾਤਿਤ ਨੂੰ ਭ੍ਰਸ਼ਟਾਚਾਰੀ, ਪਾਵਨ ਨੂੰ ਸ੍ਰੇਸ਼ਟਾਚਾਰੀ ਕਹਾਂਗੇ। ਇਹ ਤਾਂ ਬਿਲਕੁਲ ਸਮਝ ਦੀ ਗੱਲ ਹੈ। ਸ਼੍ਰੀਮਦ ਭਾਗਵਤ ਗੀਤਾ ਕਿਹਾ ਜਾਂਦਾ ਹੈ। ਸ਼੍ਰੀਮਦ ਕੀ ਕਰਦੀ ਹੈ? ਉਹ ਤਾਂ ਸ੍ਰੇਸ਼ਟ ਰਾਜਿਆਵਾਂ ਦਾ ਰਾਜਾ ਬਣਾਉਂਦੀ ਹੈ। ਕਹਿੰਦੇ ਹੈ ਇਸ ਮਾਇਆ ਤੇ ਜਿੱਤ ਪਾਓ ਤਾਂ ਤੁਸੀਂ ਪ੍ਰਿੰਸੈਸ ਬਣੋਗੇ। ਭੇਟ ਕਰਨੀ ਹੈ। ਕ੍ਰਾਈਸਟ ਨਾਲ 3000 ਬਰੇ ਪਹਿਲੇ ਭਾਰਤ 16 ਕਲਾਂ ਸੰਪੂਰਨ ਸ੍ਰੇਸ਼ਟਾਚਾਰੀ ਸੀ। ਭਾਰਤ ਸੋਨੇ ਦੀ ਚਿੜੀਆ ਸੀ, ਜਿਵੇਂ ਰਾਜਾ ਰਾਣੀ ਉਵੇਂ ਪ੍ਰਜਾ। ਸਵਰਗ ਵਿੱਚ ਸੁਖੀ ਸੀ। ਫਿਰ ਜਦੋਂ ਤੋਂ ਰਾਵਣ ਰਾਜ ਸ਼ੁਰੂ ਹੁੰਦਾ ਹੈ ਤਾਂ ਭ੍ਰਸ਼ਟਾਚਾਰੀ ਬਣਨ ਲੱਗਦੇ ਹੈ। ਖੁਦ ਹੀ ਕਹਿੰਦੇ ਹੈ, ਸਾਡੇ ਆਫਿਸ ਵਿੱਚ ਭ੍ਰਸ਼ਟਾਚਾਰ ਹੈ। ਰਾਜਾ ਰਾਣੀ ਤੇ ਹੈ ਨਹੀਂ ਜੋ ਕਹਿਣ ਪ੍ਰਜਾ ਵਿੱਚ ਭ੍ਰਸ਼ਟਾਚਾਰ ਹੈ। ਇੱਥੇ ਤੇ ਹੈ ਹੀ ਪ੍ਰਜਾ ਦਾ ਪ੍ਰਜਾ ਤੇ ਰਾਜ। ਸਭ ਭ੍ਰਸ਼ਟਾਚਾਰੀ ਹੈ। ਪਹਿਲੇ ਤੇ ਗਵਰਨਮੈਂਟ ਸ੍ਰੇਸ਼ਟਾਚਾਰੀ ਬਣਨੀ ਚਾਹੀਦੀ ਹੈ। ਉਹਨਾਂ ਨੂੰ ਕੌਣ ਬਣਾਵੇ? ਹੁਣ ਤੁਸੀਂ ਗਰੀਬ ਬੱਚਿਆਂ ਦੀ ਨੰਬਰ 1 ਸ੍ਰੇਸ਼ਟਾਚਾਰੀ ਬਣ ਰਹੀਆਂ ਹੈ। ਬਾਪ ਕਹਿੰਦੇ ਹੈ ਕਿ ਮੈਂ ਆ ਕੇ ਸਭ ਨੂੰ ਸ੍ਰੇਸ਼ਟਾਚਾਰੀ ਬਣਾਉਂਦਾ ਹਾਂ। ਡਰਾਮੇ ਅਨੁਸਾਰ ਇਹ ਸਾਰਾ ਖੇਡ ਬਣਿਆ ਹੋਇਆ ਹੈ। ਫਿਰ ਵੀ ਉਹੀ ਗੀਤਾ ਚਰਿੱਤਰ ਆਦਿ ਨਿਕਲਣਗੇ। ਹੁਣ ਬੰਗਾਲ ਵਿੱਚ ਕਾਲੀ ਦਾ ਮੰਦਿਰ ਹੈ। ਕਾਲੀ ਮਾਂ ਕਹਿ ਪ੍ਰਾਣ ਦਿੰਦੇ ਹੈ। ਹੁਣ ਇਵੇਂ ਦੀ ਕਾਲੀ ਮਾਂ ਅਤੇ ਚੰਡਿਕਾ ਦੇਵੀ ਕਿੱਥੋਂ ਆਈ? ਨਾਮ ਤੇ ਦੇਖੋ ਕਿਵੇਂ ਦਾ ਹੈ। ਜੋ ਭਗੰਤੀ ਹੁੰਦੇ ਹੈ ਉਹ ਤਾਂ ਪ੍ਰਜਾ ਵਿੱਚ ਚੰਡਾਲ ਬਣਦੇ ਹੈ, ਪਰ ਜੋ ਇੱਥੇ ਰਹਿ ਕੇ ਵਿਕਰਮ ਆਦਿ ਕਰਦੇ ਹੈ ਉਹ ਰਾਇਲ ਘਰਾਣੇ ਦੇ ਚੰਡਾਲ ਬਣਦੇ ਹੈ। ਫਿਰ ਵੀ ਪਛਿਆੜੀ ਵਿੱਚ ਉਹਨਾਂ ਨੂੰ ਤਾਜ ਮਿਲ ਜਾਂਦੀ ਹੈ, ਕਿਉਂਕਿ ਇੱਥੇ ਗੋਦ ਤੇ ਲੈਂਦੇ ਹੈ ਨਾ, ਇਸ ਲਈ ਚੰਡਿਕਾ ਦੇਵੀ ਦੀ ਪੂਜਾ ਹੁੰਦੀ ਹੈ। ਗਿਆਨ ਤੇ ਬਹੁਤ ਗੁਈਆ ਹੈ, ਪਰ ਕੋਈ ਧਾਰਨ ਕਰੇ। ਜਿਵੇਂ ਬਰਿਸਟਰ ਕੋਈ ਤਾਂ ਲੱਖ ਕਮਾਉਂਦਾ ਏ, ਕਿਸੇ ਦਾ ਕੋਟ ਵੀ ਫਟਿਆ ਹੁੰਦਾ ਹੈ। ਇਹ ਤਾਂ ਪੜ੍ਹਾਈ ਹੈ ਬੇਹੱਦ ਦੀ। ਬਾਪ ਨੇ ਜੋ ਵਿਸਤਾਰ ਵਿੱਚ ਸਮਝਾਇਆ ਹੈ ਉਸ ਨੂੰ ਸਾਰ ਵਿੱਚ ਲਿਆ ਕੇ 5 ਮਿੰਟ ਦਾ ਭਾਸ਼ਣ ਬਣਾਏ ਅਖਬਾਰ ਵਿੱਚ ਪਾਉਣਾ ਚਾਹੀਦਾ ਹੈ। ਇਹ ਵੀ ਪੁੱਛਣਾ ਚਾਹੀਦਾ ਹੈ ਕਿ ਭਲਾ ਹਿੰਦੂ ਧਰਮ ਕਿਸ ਨੇ ਸਥਾਪਨ ਕੀਤਾ? ਤਾਂ ਦੱਸ ਨਹੀਂ ਸਕਣਗੇ, ਕੁਛ ਨਹੀਂ ਜਾਣਦੇ। ਤੁਸੀਂ ਸ਼ਕਤੀਆਂ ਦੀ ਚਲਨ ਇਵੇਂ ਦੀ ਗੰਭੀਰ ਹੋਣੀ ਚਾਹੀਦੀ ਹੈ ਜਿਵੇਂ ਡੈਲ ਮਾਨਾ ਮੋਰਨੀ ਚਲਦੀ ਹੈ। ਮੁਖ ਤੋਂ ਰਤਨ ਨਿਕਲਦੇ ਰਹਿਣ, ਪੱਥਰ ਨਹੀਂ। ਉਹ ਤਾਂ ਪੱਥਰ ਮਾਰਨਗੇ, ਤੁਸੀਂ ਕਦੀ ਪੱਥਰ ਨਹੀਂ ਮਾਰੋ। ਨਾਮ ਬਦਨਾਮ ਨਾ ਕਰੋ। ਅੱਛਾ, ਮਿੱਠੇ ਮਿੱਠੇ ਸਿੱਕਿਲ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰਾਤਰੀ ਕਲਾਸ। ਇੱਥੇ ਚੰਗੇ ਮਾੜੇ ਮਨੁੱਖ ਹੈ। ਸਤਯੁਗ ਵਿੱਚ ਇਵੇਂ ਦੇ ਅੱਖਰ ਨਹੀਂ ਨਿਕਲਣਗੇ। ਬੁਰਾ ਜਾਂ ਪਾਪ ਆਤਮਾ ਅੱਖਰ ਨਹੀਂ ਨਿਕਲੇਗਾ। ਉੱਥੇ ਹੈ ਹੀ ਵਾਇਸਲੈਸ ਵਰਲਡ। ਬੱਚੇ ਜਾਣਦੇ ਹੈ ਅਸੀਂ ਵਿਸ਼ਵ ਦੇ ਮਾਲਿਕ ਸੀ। ਇਹ ਭਾਰਤ ਜੋ ਦੇਵੀ ਦੇਵਤਾਵਾਂ ਦਾ ਰਾਜਸਥਾਨ ਸੀ ਹੁਣ ਪੁਰਾਣਾ ਹੈ। ਮਨੁੱਖ ਨਹੀਂ ਜਾਣਦੇ ਹੈ ਇਹ ਹੈ ਸੰਗਮ ਯੁੱਗ। ਹੁਣ ਇੱਥੇ ਤੋਂ ਲੰਗਰ ਚੁੱਕਿਆ ਹੋਇਆ ਹੈ। ਅਸੀਂ ਇਸ ਦੁਨੀਆ ਤੋਂ ਪਾਰ ਜਾਂਦੇ ਹਾਂ। ਖਵਈਆ ਹੈ ਨਾ, ਲੋਕਾਂ ਨੂੰ ਪਾਰ ਲੈ ਜਾਂਦੇ ਹੈ। ਬੱਚਿਆਂ ਦੀ ਬੁੱਧੀ ਵਿੱਚ ਹੈ ਬਹੁਤ ਧੱਕੇ ਖਾਦੇ ਹੈ। ਭਗਤੀ ਨਹੀਂ ਜਾਣਦੇ ਹੈ। ਅਸੀਂ ਧੱਕੇ ਖਾਂਦੇ ਹਾਂ। ਉਹ ਤਾਂ ਦੂਰ ਦੂਰ ਜਾਂਦੇ ਹੈ। ਤੁਹਾਨੂੰ ਬੱਚਿਆਂ ਨੂੰ ਸਿਰਫ ਯਾਦ ਕਰਨਾ ਹੈ। ਇਵੇਂ ਨਹੀਂ ਕਿ ਅਸੀਂ ਯਾਦ ਕਰਦੇ ਥੱਕ ਜਾਂਦੇ ਹਾਂ, ਪਰ ਮਾਇਆ ਵਿਘਨ ਪਾਉਂਦੀ ਹੈ।
ਆਤਮਾ ਹੀ ਪਰਮਾਤਮਾ ਦੀ ਆਸ਼ਿਕ ਹੁੰਦੀ ਹੈ, ਇਹ ਕੋਈ ਨਹੀਂ ਜਾਣਦੇ। ਪਰਮਾਤਮਾ ਮਾਸ਼ੂਕ ਹੈ, ਤਾਂ ਬੱਚਿਆਂ ਵਿੱਚ ਵੀ ਕੋਈ ਬਹੁਤ ਆਸ਼ਿਕ ਹੈ, ਮਾਸ਼ੂਕ ਨੂੰ ਯਾਦ ਕਰਦੇ ਹੈ, ਪੁਰਸ਼ਾਰਥ ਕਰਨਾ ਹੈ। ਅਸੀਂ ਨਿਰੰਤਰ ਯਾਦ ਕਰਦੇ ਰਹੀਏ। ਸਿਮਰਨ ਅੱਖਰ ਵੀ ਭਗਤੀ ਮਾਰਗ ਦਾ ਹੈ। ਅਸੀਂ ਬਾਪ ਨੂੰ ਯਾਦ ਕਰਦੇ ਹਾਂ, ਪ੍ਰਵਿੱਤੀ ਮਾਰਗ ਦਾ ਅੱਖਰ ਹੈ ਯਾਦ। ਬਹੁਤ ਮਿੱਠਾ ਵੀ ਹੈ, ਕਹਿੰਦੇ ਹੈ ਅਸੀਂ ਭੁੱਲ ਜਾਂਦੇ ਹਾਂ। ਅਰੇ ਬੱਚਾ ਕਹਿ ਥੋੜੇ ਹੀ ਸਕਦਾ ਹੈ ਕਿ ਅਸੀਂ ਬਾਪ ਨੂੰ ਭੁੱਲ ਜਾਂਦੇ ਹਾਂ। ਯਾਦ ਤਾਂ ਬਹੁਤ ਵਧੀਆ ਹੈ, ਆਪਣੇ ਨਾਲ ਗੱਲਾਂ ਕਰਨੀਆਂ ਚਾਹੀਦੀਆਂ ਹੈ। ਤੁਸੀਂ ਮਾਤ ਪਿਤਾ ਦੇ ਸਮੁਖ ਬੈਠੇ ਹੋ, ਖੁਸ਼ੀ ਵੀ ਹੋਣੀ ਚਾਹੀਦੀ ਹੈ। ਇਸ ਲਈ ਕਹਿੰਦੇ ਸੀ ਤੁਸੀਂ ਮਾਤ ਪਿਤਾ ਹਮ ਬਾਲਕ ਤੇਰੇ। ਬਰੋਬਰ ਅਸੀਂ ਬਰਸਾ ਪਾ ਰਹੇ ਹਾਂ, ਯਾਦ ਦੀ ਹੀ ਮਿਹਨਤ ਹੈ। ਤੁਹਾਡੀ ਬਹੁਤ ਆਮਦਨੀ ਹੈ, ਬਹੁਤ ਵੱਡੀ ਪ੍ਰਾਪਤੀ ਹੈ, ਸਿਰਫ ਚੁੱਪ ਰਹਿ ਕੇ ਯਾਦ ਕਰਨਾ ਹੈ। ਅੱਛਾ, ਤੁਸੀਂ ਬ੍ਰਾਹਮਣ ਬੱਚਿਆਂ ਬਗੈਰ ਵੀ ਇਹ ਕਿਸੇ ਨੂੰ ਪਤਾ ਨਹੀਂ ਹੈ ਕਿ ਸੰਗਮ ਯੁੱਗ ਕਦੋਂ ਹੁੰਦਾ ਹੈ। ਇਸ ਕਲਪ ਤੇ ਸੰਗਮ ਯੁੱਗ ਦੀ ਮਹਿਮਾ ਬਹੁਤ ਹੈ। ਬਾਪ ਆ ਕੇ ਰਾਜ ਯੁੱਗ ਸਿਖਾਉਂਦੇ ਹੈ। ਸਤਯੁਗ ਦੇ ਲਈ ਤਾਂ ਜ਼ਰੂਰ ਸੰਗਮ ਯੁੱਗ ਹੀ ਆਏਗਾ। ਹੈ ਹੀ ਮਨੁੱਖ, ਹੈ ਵੀ ਮਨੁੱਖ। ਉਹਨਾਂ ਵਿੱਚ ਕੋਈ ਕ੍ਰਿਸਚਨ, ਕੋਈ ਉੱਤਮ ਹੈ, ਉਹਨਾਂ ਦੇ ਅੱਗੇ ਮਹਿਮਾ ਗਾਉਂਦੇ ਹੈ ਤੁਸੀਂ ਪਰਸ਼ੋਤਮ ਹੈ, ਹਮ ਕਨਿਸ਼ਟ ਹੈ। ਆਪ ਹੀ ਦੱਸਦੇ ਹੈ ਕਿ ਇਵੇਂ ਹਾਂ, ਇਵੇਂ ਹਾਂ। ਹੁਣ ਇਸ ਸੰਗਮ ਯੁੱਗ ਨੂੰ ਤੁਸੀਂ ਬ੍ਰਾਹਮਣ ਬਗੈਰ ਕੋਈ ਵੀ ਨਹੀਂ ਜਾਣਦੇ। ਇਹਨਾਂ ਦੀ ਐਡਵਰਟਾਈਜ਼ਮੈਂਟ ਕਿਵੇਂ ਕਰੀਏ ਜੋ ਮਨੁੱਖਾਂ ਨੂੰ ਪਤਾ ਲੱਗੇ। ਸੰਗਮ ਯੁੱਗ ਵਿੱਚ ਭਗਵਾਨ ਹੀ ਆ ਕੇ ਰਾਜਯੁੱਗ ਸਿਖਾਉਂਦੇ ਹੈ। ਤੁਸੀਂ ਜਾਣਦੇ ਹੋ ਅਸੀਂ ਰਾਜਯੁੱਗ ਸਿੱਖ ਰਹੇ ਹਾਂ। ਹੁਣ ਅਜਿਹੀ ਕੀ ਜੁਗਤੀ ਰਚੀਏ ਜੋ ਮਨੁੱਖਾਂ ਨੂੰ ਪਤਾ ਲੱਗੇ। ਪਰ ਹੋਵੇਗਾ ਹੌਲੀ ਹੌਲੀ, ਹਲੇ ਸਮੇਂ ਪਿਆ ਹੈ, ਬਹੁਤ ਗਈ ਥੋੜੀ ਰਹੀ। ਅਸੀਂ ਕਹਿੰਦੇ ਹਾਂ ਮਨੁੱਖ ਜਲਦੀ ਹੀ ਪੁਰਸ਼ਾਰਥ ਕਰਨ, ਨਹੀਂ ਤਾਂ ਗਿਆਨ ਸੈਕਿੰਡ ਵਿੱਚ ਮਿਲਦਾ ਹੈ, ਜਿਸ ਨਾਲ ਤੁਸੀਂ ਉਸ ਸਮੇਂ ਸੈਕਿੰਡ ਵਿੱਚ ਜੀਵਨ ਮੁਕਤੀ ਪਾ ਲਵੋਗੇ। ਪਰ ਤੁਹਾਡੇ ਸਿਰ ਆਧਾ ਕਲਪ ਦੇ ਪਾਪ ਹੈ, ਉਹ ਵੀ ਥੋੜੀ ਹੀ ਸੈਕਿੰਡ ਵਿੱਚ ਕੱਟਣਗੇ। ਇਸ ਵਿੱਚ ਤੇ ਟਾਈਮ ਲੱਗਦਾ ਹੈ। ਮਨੁੱਖ ਸਮਝਦੇ ਹੈ ਹਲੇ ਤਾਂ ਸਮਾਂ ਪਿਆ ਹੈ, ਹਲੇ ਅਸੀਂ ਬ੍ਰਹਮਾ ਕੁਮਾਰੀਆਂ ਦੇ ਕੋਲ ਕਿਵੇਂ ਜਾਈਏ। ਤਕਦੀਰ ਵਿੱਚ ਨਹੀਂ ਹੈ ਤਾਂ ਲਿਟਰੇਚਰ ਵਿੱਚੋਂ ਵੀ ਉਲਟਾ ਉਠਾ ਲੈਂਦੇ ਹੈ। ਤੁਸੀਂ ਸਮਝਦੇ ਹੋ ਇਹ ਸੰਗਮ ਯੁੱਗ ਪਰਸ਼ੋਤਮ ਬਣਨ ਦਾ ਯੁੱਗ ਹੈ। ਹੀਰੇ ਵਰਗਾ ਗਾਇਆ ਹੈ ਨਾ, ਫਿਰ ਘੱਟ ਹੋ ਜਾਂਦਾ ਹੈ। ਗੋਲਡਨ ਏਜਡ, ਸਿਲਵਰ ਏਜਡ। ਇਹ ਸੰਗਮ ਯੁੱਗ ਹੈ ਡਾਇਮੰਡ ਏਜਡ। ਸਤਯੁਗ ਹੈ ਗੋਲਡਨ ਏਜਡ। ਇਹ ਤੁਸੀਂ ਜਾਣਦੇ ਹੋ ਸਵਰਗ ਤੋਂ ਵੀ ਇਹ ਸੰਗਮ ਵਧੀਆ ਹੈ। ਹੀਰੇ ਜਿਹਾ ਜਨਮ ਹੈ, ਅਨਮੋਲ। ਬਾਬਾ ਕਹਤੇ ਅਮਰ ਲੋਕ ਦਾ ਗਾਇਨ ਹੈ ਨਾ, ਫਿਰ ਘੱਟ ਹੁੰਦਾ ਜਾਂਦਾ ਹੈ। ਤਾਂ ਇਹ ਵੀ ਲਿਖ ਸਕਦੇ ਹੈ ਪੁਰਸ਼ੋਤਮ ਸੰਗਮ ਯੁੱਗ ਹੈ ਡਾਇਮੰਡ, ਸਤਯੁਗ ਹੈ ਗੋਲਡਨ, ਤ੍ਰੇਤਾ ਹੈ ਸਿਲਵਰ। ਇਹ ਵੀ ਤੁਸੀਂ ਸਮਝਾ ਸਕਦੇ ਹੋ। ਸੰਗਮ ਤੇ ਹੀ ਅਸੀਂ ਮਨੁੱਖ ਤੋਂ ਦੇਵਤਾ ਬਣਦੇ ਹਾਂ। 8 ਰਤਨਾਂ ਦੀ ਅੰਗੂਠੀ ਪਹਿਨਾਉਂਦੇ ਹਾਂ ਤੇ ਡਾਇਮੰਡ ਨੂੰ ਵਿੱਚ ਰੱਖਿਆ ਜਾਂਦਾ ਹੈ। ਸੰਗਮ ਦਾ ਸ਼ੋਅ ਹੁੰਦਾ ਹੈ। ਸੰਗਮ ਯੁੱਗ ਹੈ ਹੀ ਹੀਰੇ ਵਰਗਾ। ਹੀਰੇ ਦਾ ਮਾਨ ਸੰਗਮ ਯੁੱਗ ਤੇ ਹੈ। ਯੋਗ ਆਦਿ ਸਿਖਾਉਂਦੇ ਹੈ, ਜਿਸ ਨੂੰ ਸਪਿਰਿਚੁਅਲ ਯੋਗ ਕਹਿੰਦੇ ਹੈ। ਪਰ ਸਪਿਰਿਚੁਅਲ ਤਾਂ ਫਾਦਰ ਹੀ ਹੈ, ਰੂਹਾਨੀ ਫਾਦਰ ਅਤੇ ਰੂਹਾਨੀ ਨੌਲੇਜ ਸੰਗਮ ਤੇ ਹੀ ਮਿਲਦੀ ਹੈ। ਮਨੁੱਖ ਜਿੰਨਾ ਵਿੱਚ ਦੇਹ ਹੰਕਾਰ ਹੈ, ਉਹ ਇੰਨਾ ਜਲਦੀ ਕਿਵੇਂ ਮੰਨਣਗੇ। ਗਰੀਬ ਆਦਿ ਨੂੰ ਸਮਝਾਇਆ ਜਾਂਦਾ ਹੈ। ਤਾਂ ਇਹ ਵੀ ਲਿਖਣਾ ਹੈ ਸੰਗਮ ਯੁੱਗ ਇਜ਼ ਡਾਇਮੰਡ, ਉਸ ਦੀ ਉਮਰ ਇੰਨੀ। ਸਤਯੁਗ ਗੋਲਡਨ ਏਜ ਦਾ, ਉਹਨਾਂ ਦੀ ਉਮਰ ਇੰਨੀ। ਸ਼ਾਸਤਰਾਂ ਵਿੱਚ ਵੀ ਸਵਸਤਿਕਾ ਕੱਢਦੇ ਹੈ। ਤਾਂ ਤੁਹਾਨੂੰ ਬੱਚਿਆਂ ਨੂੰ ਵੀ ਇਹ ਯਾਦ ਰਹੇ ਤਾਂ ਕਿੰਨੀ ਖੁਸ਼ੀ ਰਹਿਣੀ ਚਾਹੀਦੀ ਹੈ। ਸਟੂਡੈਂਟ ਨੂੰ ਖੁਸ਼ੀ ਹੁੰਦੀ ਹੈ ਨਾ। ਸਟੂਡੈਂਟ ਲਾਈਫ ਇਜ਼ ਦੀ ਬੈਸਟ ਲਾਈਫ। ਇਹ ਤਾਂ ਸੋਰਸ ਆਫ ਇਨਕਮ ਹੈ। ਇਹ ਹੈ ਮਨੁੱਖ ਤੋਂ ਦੇਵਤਾ ਬਣਨ ਦੀ ਪਾਠਸ਼ਾਲਾ। ਦੇਵਤਾ ਤੇ ਵਿਸ਼ਵ ਦੇ ਮਾਲਿਕ ਹੈ, ਇਹ ਵੀ ਤੁਹਾਨੂੰ ਪਤਾ ਹੈ। ਤਾਂ ਅਥਾਹ ਖੁਸ਼ੀ ਹੋਣੀ ਚਾਹੀਦੀ ਹੈ। ਇਸ ਲਈ ਗਾਇਨ ਹੈ ਅਤੀ ਇੰਦਰੀय ਸੁਖ ਗੋਪੀ ਬਲਬ ਤੇ ਗੋਪ ਗੋਪੀਆਂ ਤੋਂ ਪੁੱਛੋ। ਟੀਚਰ ਅੰਤ ਤੱਕ ਪੜ੍ਹਾਉਂਦੇ ਹੈ ਤਾਂ ਉਹਨਾਂ ਨੂੰ ਅੰਤ ਤੱਕ ਯਾਦ ਕਰਨਾ ਚਾਹੀਦਾ ਹੈ। ਭਗਵਾਨ ਪੜ੍ਹਾਉਂਦੇ ਹੈ ਅਤੇ ਫਿਰ ਭਗਵਾਨ ਨਾਲ ਵੀ ਲੈ ਜਾਣਗੇ। ਪੁਕਾਰਦੇ ਵੀ ਹੈ ਲਿਬਰੇਟਰ, ਗਾਈਡ, ਦੁੱਖ ਤੋਂ ਛੁਡਾਓ। ਸਤਯੁਗ ਵਿੱਚ ਦੁੱਖ ਹੁੰਦਾ ਹੀ ਨਹੀਂ।
ਕਹਿੰਦੇ ਹੈ ਵਿਸ਼ਵ ਵਿੱਚ ਸ਼ਾਂਤੀ ਹੋਵੇ। ਬੋਲੋ ਅੱਗੇ ਕਦੋਂ ਸੀ, ਉਹ ਕਿਹੜਾ ਯੁੱਗ ਸੀ, ਕਿਸ ਨੂੰ ਪਤਾ ਨਹੀਂ ਹੈ। ਰਾਮ ਰਾਜ ਸਤਜੁਗ, ਰਾਵਣ ਰਾਜ ਕਲਯੁਗ, ਇਹ ਤਾਂ ਜਾਣਦੇ ਹੋ ਨਾ। ਬੱਚਿਆਂ ਨੂੰ ਅਨੁਭਵ ਸੁਣਾਉਣਾ ਚਾਹੀਦਾ ਹੈ, ਬਸ ਕੀ ਸੁਣਾਵਾਂ ਦਿਲ ਦੀ ਗੱਲ। ਬੇਹੱਦ ਦੇ ਬਾਪ ਕੋਲੋਂ ਬੇਹੱਦ ਦੀ ਬਾਦਸ਼ਾਹੀ ਦੇਣ ਵਾਲਾ ਮਿਲਿਆ, ਹੋਰ ਕੀ ਅਨੁਭਵ ਸੁਣਾਵਾਂ। ਹੋਰ ਕੋਈ ਗੱਲ ਹੀ ਨਹੀਂ, ਇਸ ਵਰਗੀ ਖੁਸ਼ੀ ਹੋਰ ਕੋਈ ਹੁੰਦੀ ਹੀ ਨਹੀਂ। ਕਦੀ ਵੀ ਕਿਸੇ ਨਾਲ ਰੁੱਸ ਕੇ ਅਸਲ ਵਿੱਚ ਘਰ ਵਿੱਚ ਨਹੀਂ ਬੈਠਣਾ ਚਾਹੀਦਾ ਹੈ। ਇਹ ਜਿਵੇਂ ਆਪਣੀ ਤਕਦੀਰ ਨਾਲ ਰੁੱਸਣਾ ਹੈ। ਪੜ੍ਹਾਈ ਨਾਲ ਰੁੱਸਿਆ ਤੇ ਕੀ ਸਿੱਖਣਗੇ। ਬਾਪ ਨੂੰ ਪੜ੍ਹਾਉਣਾ ਹੀ ਹੈ, ਬ੍ਰਹਮਾ ਦੁਆਰਾ, ਤਾਂ ਇੱਕ ਦੋ ਨਾਲ ਕਦੀ ਰੁੱਸਣਾ ਨਹੀਂ ਚਾਹੀਦਾ ਹੈ। ਇਹ ਹੈ ਮਾਇਆ। ਯੱਗ ਵਿੱਚ ਅਸੁਰਾਂ ਦੇ ਵਿਘਨ ਤੇ ਪੈਂਦੇ ਹੈ ਨਾ। ਅੱਛਾ, ਮਿੱਠੇ ਮਿੱਠੇ ਰੂਹਾਨੀ ਬੱਚਿਆਂ ਪ੍ਰਤੀ ਰੂਹਾਨੀ ਬਾਪ ਅਤੇ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਨਾਈਟ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖ ਸਾਰ। ਨੰਬਰ 1 ਪਰ ਸ਼੍ਰੀਮਤ ਤੇ ਸ੍ਰੇਸ਼ਟਾਚਾਰੀ ਬਣ ਕੇ ਸ੍ਰੇਸ਼ਟਾਚਾਰੀ ਬਣਾਉਣ ਦੀ ਸੇਵਾ ਕਰਨੀ ਹੈ। ਕੋਈ ਇਵੇਂ ਦੀ ਚਲਨ ਨਹੀਂ ਚੱਲਣੀ ਜਿਸ ਨਾਲ ਨਾਮ ਬਦਨਾਮ ਹੋਵੇ। ਮੁਖ ਤੋਂ ਸਦਾ ਗਿਆਨ ਰਤਨ ਕੱਢਣੇ ਹੈ, ਪੱਥਰ ਨਹੀਂ। ਨੰਬਰ 2 ਬੇਹੱਦ ਦੇ ਗੁਈਆ ਪੜ੍ਹਾਈ ਨੂੰ ਵਿਸਤਾਰ ਨਾਲ ਸੁਣਦੇ ਉਸਦੇ ਸਾਰ ਵਿੱਚ ਸਮਾ ਕੇ ਦੂਸਰਿਆਂ ਦੀ ਸੇਵਾ ਕਰਨੀ ਹੈ। ਸ਼੍ਰੀਮਤ ਤੇ ਪੂਰਾ ਅਟੈਂਸ਼ਨ ਦੇਣਾ ਹੈ। ਵਰਦਾਨ ਹੈ ਅੱਜ ਦਾ। ਆਪਣੇ ਕਰਮ ਅਤੇ ਸਥਿਤੀ ਦੁਆਰਾ ਬ੍ਰਹਮਾ ਬਾਪ ਨੂੰ ਸਪਸ਼ਟ ਦੇਖਣ ਵਾਲੇ ਮਾਸਟਰ ਬ੍ਰਹਮਾ ਭਵ। ਆਪਣੇ ਕਰਮ ਅਤੇ ਸਥਿਤੀ ਦੁਆਰਾ ਬ੍ਰਹਮਾ ਬਾਪ ਨੂੰ ਸਪਸ਼ਟ ਦੇਖਣ ਵਾਲੇ ਮਾਸਟਰ ਬ੍ਰਹਮਾ ਭਵ। ਅੱਜ ਬਾਬਾ ਆਖਦੇ ਨੇ ਜਿਵੇਂ ਬ੍ਰਹਮਾ ਬਾਪ ਦਾ ਨਿੱਜੀ ਸੰਸਕਾਰ ਸੀ, ਪਹਿਲੇ ਆਪ। ਕਿਸੇ ਵੀ ਸਥਾਨ ਵਿੱਚ ਪਹਿਲੇ ਬੱਚੇ, ਹਰ ਗੱਲ ਵਿੱਚ ਬੱਚਿਆਂ ਨੂੰ ਆਪਣੇ ਤੋਂ ਅੱਗੇ ਰੱਖਿਆ, ਪਰ ਕਹਿਣ ਮਾਤਰ ਨਹੀਂ, ਸ਼ੁਭ ਚਿੰਤਕ ਦੀ ਭਾਵਨਾ ਨਾਲ। ਉਸਨੇ ਕੀਤਾ ਤਾਂ ਵੀ ਬਾਪ ਦੀ ਸੇਵਾ, ਮੈਂ ਕੀਤਾ ਤਾਂ ਵੀ ਬਾਪ ਦੀ ਸੇਵਾ। ਮੈਂ ਅੱਗੇ ਵਧਾਂ ਨਹੀਂ, ਦੂਸਰਿਆਂ ਨੂੰ ਅੱਗੇ ਵਧਾ ਕੇ ਅੱਗੇ ਵਧੋ। ਜਦੋਂ ਇਹ ਭਾਵਨਾ ਹਰ ਇੱਕ ਵਿੱਚ ਆਏਗੀ, ਉਦੋਂ ਕਹਾਂਗੇ ਮਾਸਟਰ ਬ੍ਰਹਮਾ। ਫਿਰ ਇਵੇਂ ਕੋਈ ਨਹੀਂ ਕਹੇਗਾ ਕਿ ਅਸੀਂ ਬ੍ਰਹਮਾ ਬਾਪ ਨੂੰ ਨਹੀਂ ਦੇਖਿਆ। ਤੁਹਾਡੇ ਕਰਮ, ਤੁਹਾਡੀ ਸਥਿਤੀ ਬ੍ਰਹਮਾ ਬਾਪ ਨੂੰ ਸਪਸ਼ਟ ਵਿਖਾਏ। ਸਲੋਗਨ ਹੈ ਜਿਹਦਾ ਇਕਾਗਰਤਾ ਦੇ ਦ੍ਰਿੜ ਸੰਕਲਪ ਨਾਲ ਸਾਗਰ ਦੇ ਤਲੇ ਵਿੱਚ ਚਲੇ ਜਾਓ ਤਾਂ ਅਨੁਭਵ ਦੇ ਹੀਰੇ ਮੋਤੀ ਪ੍ਰਾਪਤ ਹੋਣਗੇ। ਇਕਾਗਰਤਾ ਦੇ ਦ੍ਰਿੜ ਸੰਕਲਪ ਨਾਲ ਸਾਗਰ ਦੇ ਤਲੇ ਵਿੱਚ ਚਲੇ ਜਾਓ ਤਾਂ ਅਨੁਭਵ ਦੇ ਹੀਰੇ ਮੋਤੀ ਪ੍ਰਾਪਤ ਹੋਣਗੇ। ਚੰਗਾ, ਓਮ ਸ਼ਾਂਤੀ।